श्री वाहिगुरु। तू मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी हर मेरी। तुम्हारी शरण तुम्हारी आशा, तुम ही सजन सुहेले। राखो राखण हार दयाला, नानक घर के गोले। राखो राखण हार दयाला, नानक घर के गोले जी। राखो राखण हार दयाला, नानक घर के गोले जी। राखण हार दयाला, नानक घर के गोले जी। राखो राखण हार दयाला, नानक घर के गोले जी। दयाला नानक घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। राखण हार दयाला, नानक घर के गोले जी। राखो राखण हार दयाला, नानक घर के गोले जी। 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 घर के गोले जी। नानक घर के गोले जी। नानक घर के गोले जी। नानक घर के गोले जी। राखो राखण हार दयाला, नानक घर के गोले। राखो राखण हार दयाला, नानक घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। हार दयाला, नानक घर के गोले जी। राखो राखण हार दयाला, नानक घर के गोले जी। तुम दाते ठाकुर प्रतिपालक नायक खसम हमारे। निमुख निमुख तुम ही प्रतिपालो, हम बारक तुमरे थारे। जेवा एक कवन गुण कहिए, बेसुमार बेअंत स्वामी। तिरवंत न किन्ही लहिए रहाओ। कोटि अपराध हमारे खंडो, अनक विधि समझावो। हम अज्ञान अल्प मत थोरी, तुम्हें अपन बिरद रखावो। तुम्हारी शरण तुम्हारी आशा, तुम ही सजन सुहेले।
ਰੱਖੋ ਰੱਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਨਾਨਕ ਘਰ ਕੇ ਗੋਲੇ, ਰੱਖ ਲੋ ਜੀ। 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 ਸਾਧ ਸੰਗਤ, ਜੋ ਵੀ ਪ੍ਰੇਮੀ ਗੁਰੂ ਬਾਬਾ ਜੀ ਦੀ ਹਜ਼ੂਰੀ ਵਿੱਚ ਸਤਸੰਗਤ ਕਰਨ ਵਾਸਤੇ ਪਹੁੰਚਿਆ ਹੈ ਜਾਂ ਸੰਗਤਾਂ ਪਹੁੰਚ ਰਹੀਆਂ ਹਨ, ਸਭਨਾਂ ਨੂੰ ਹੀ ਬੇਨਤੀ ਹੈ ਕਿ ਇਸ ਮਿਲੇ ਸਮੇਂ ਤੋਂ ਪੂਰਾ ਲਾਭ ਉਠਾਉਣ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਹਜ਼ੂਰੀ ਵਿੱਚ ਬੈਠੋ। ਸ਼ੋਰ ਸ਼ਰਾਬੇ ਤੋਂ ਰਹਿਤ ਹੋ ਕੇ ਬੈਠੋ, ਤਾਂ ਜੋ ਰਲ ਮਿਲ ਕੇ ਕੁਛ ਗੁਰਬਾਣੀ ਦੀ ਵਿਚਾਰ ਕਰ ਸਕੀਏ, ਗੁਰੂ ਦੇ ਉਪਦੇਸ਼ਾਂ ਨੂੰ ਵਿਚਾਰ ਸਕੀਏ। ਸਤਸੰਗਤ ਇਹ ਗੁਰੂ ਦੀ ਕਿਰਪਾ ਹੋਵੇ ਫਿਰ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਸਾਡੇ ਸਾਰਿਆਂ 'ਤੇ ਹੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਹੈ, ਜੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਮਿਲਿਆ। ਦੇਖੋ, ਕੰਮ ਇੱਕ ਹੈ ਸਤਸੰਗਤ ਦੇ ਵਿੱਚ ਆਉਣਾ, ਪਰ ਇਸ ਦੇ ਫਾਇਦੇ ਕਿਤਨੇ ਹਨ। ਜਦੋਂ ਇਨਸਾਨ ਘਰੋਂ ਫੁਰਨਾ ਕਰਦਾ ਹੈ ਕਿ ਮੈਂ ਜਾਣਾ ਗੁਰੂਦੁਆਰੇ ਵਿੱਚ, ਉਦੋਂ ਤੋਂ ਹੀ ਇਸ ਦੀ ਹਾਜ਼ਰੀ ਮੁਜਰੇ ਪੈਣੀ ਸ਼ੁਰੂ ਹੋ ਜਾਂਦੀ ਹੈ। ਸਤਸੰਗਤ ਦੇ ਵਿੱਚ ਆਉਂਦਾ ਹੈ, ਜਿਤਨੇ ਕਦਮ ਗੁਰੂਦੁਆਰ ਵੱਲ ਆਉਂਦਾ, ਸਾਧ ਸੰਗਤ ਚਰਨ ਇਹਦੇ ਸਫਲੇ ਹੁੰਦੇ ਹਨ। ਚਰਨ ਹੈ ਗੋਬਿੰਦ ਮਾਰਗ ਸੁਹਾਵਾ। ਗੋਬਿੰਦ ਦੇ ਮਾਰਗ 'ਤੇ, ਗੁਰੂ ਦੇ ਮਾਰਗ 'ਤੇ ਚੱਲਿਆਂ ਪੈਰ ਸਫਲੇ ਹਨ। ਸੰਗਤ ਵਿੱਚ ਆਉਂਦਾ ਹੈ, ਸਾਧ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ, ਸੰਗਤਾਂ ਦੇ ਦਰਸ਼ਨ ਕਰਦਾ, ਇਹਦੇ ਨੇਤਰ ਸਫਲੇ ਹੁੰਦੇ ਹਨ। ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠਦਾ ਹੈ, ਕੰਨਾਂ ਨਾਲ ਬਾਣੀ ਸੁਣਦਾ, ਕੰਨ ਸਫਲੇ ਹੁੰਦੇ ਹਨ। ਜ਼ੁਬਾਨ ਦੁਆਰਾ ਗੁਰਬਾਣੀ ਸ਼ਬਦ ਵਿੱਚ ਬੋਲਦਾ ਹੈ, ਇਹਦੀ ਜ਼ੁਬਾਨ ਸਫਲੀ ਹੁੰਦੀ ਹੈ। ਬੁੱਧ ਨਾਲ ਵਿਚਾਰ ਕਰਦਾ ਹੈ, ਅੰਦਰ ਸ਼ਾਂਤੀ ਮਿਲਦੀ ਹੈ। ਦੇਖੋ, ਕੰਮ ਇੱਕ ਹੈ, ਫਾਇਦੇ ਕਿਤਨੇ ਹੋਏ ਸਾਧ ਸੰਗਤ। ਸੋ ਇਸ ਕਰਕੇ ਇਹ ਲਾਹੇ ਦਾ ਸੌਦਾ ਹੈ, ਘਾਟੇ ਦਾ ਨਹੀਂ। ਸੋ ਜਿਸ ਕੰਮ ਵਾਸਤੇ ਆਏ ਹਾਂ ਸਾਧ ਸੰਗਤ, ਉਹ ਕੰਮ ਨੂੰ ਰਲ ਮਿਲ ਕੇ ਅੱਛੀ ਤਰ੍ਹਾਂ ਕਰ ਲੈਣਾ ਚਾਹੀਦਾ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਇੱਥੇ ਜੀਵਨ ਦਾ ਕੁਛ ਲਾਹਾ ਲੈਣ ਵਾਸਤੇ ਆਏ ਹਾਂ ਸਾਰੇ ਹੀ। ਉਹ ਲਾਹਾ ਕਿਹੜੀ ਵਸਤੂ ਦਾ ਹੈ? ਵਾਹਿਗੁਰੂ ਦੇ ਨਾਮ ਦਾ ਲਾਹਾ। ਸੋ ਤਾਂ ਤੇ ਸਾਰੇ ਹੀ ਰਲ ਮਿਲ ਕੇ ਵਿਚਾਰ ਕਰੀਏ। ਆਪਣੀ ਪਿਛਲੇ ਦੀਵਾਨਾਂ ਵਿੱਚ ਵਿਚਾਰ ਚੱਲੀ ਆ ਰਹੀ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ, ਸੇਵਾ ਕਰਨੀ ਔਰ ਸਿਮਰਨ ਕਰਨਾ। ਐਸਾ ਕੀਤਿਆਂ ਮਾਨਸ ਦੇ ਹੀ ਸਫਲੀ ਹੋ ਸਕਦੀ ਹੈ ਗੁਰੂ ਦੇ ਉਪਦੇਸ਼ ਨੂੰ ਕਮਾ ਕੇ। ਇਹ ਵਿਚਾਰ ਆਪਣੀ ਚੱਲੀ ਆ ਰਹੀ ਹੈ। ਸਾਧ ਸੰਗ ਸੇਵਾ ਇੱਕ ਨਿਸ਼ਕਾਮ ਹੋਇਆ ਕਰਦੀ ਹੈ, ਇੱਕ ਸਹਿਕਾਮ ਹੋਇਆ ਕਰਦੀ ਹੈ। ਸਹਿਕਾਮ ਸੇਵਾ ਕਹਿੰਦੇ ਹਨ, ਕੁਛ
ਮਨ ਦੇ ਅੰਦਰ ਕਾਮਨਾ ਹੋਵੇ, ਕੋਈ ਇੱਛਾ ਹੋਵੇ, ਕਾਮਨਾ ਸਹਿਤ ਸੇਵਾ ਕਰਨੀ, ਸਾਧ ਸੰਗ ਉਸਨੂੰ ਸਹਿਕਾਮ ਸੇਵਾ ਕਿਹਾ। ਮਨ ਦੇ ਵਿੱਚ ਕੋਈ ਇੱਛਾ ਧਾਰ ਲੈਣੀ, ਮੇਰਾ ਆਹ ਕੰਮ ਹੋ ਜਾਏ, ਮੈਂ ਸੇਵਾ ਕਰਾਂ। ਇੱਕ ਹੁੰਦੀ ਹੈ ਨਿਸ਼ਕਾਮ ਸੇਵਾ। ਅੰਦਰ ਸਾਧ ਸੰਗ ਕੋਈ ਇੱਛਾ ਨਹੀਂ, ਕੋਈ ਫੁਰਨਾ ਨਹੀਂ, ਬਸ ਪ੍ਰੇਮ ਨਾਲ ਗੁਰੂ ਦੀ ਸੇਵਾ ਕਰਦੇ ਰਹਿਣਾ। ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਪੂਰਤੀ ਹੈ, ਨਿਸ਼ਕਾਮੀ ਪੁਰਸ਼ਾਂ ਨੂੰ ਮੋਕਸ਼ ਦੀ ਪ੍ਰਾਪਤੀ ਹੈ। ਅੰਤਰ ਸ਼ਾਂਤੀ ਮਿਲਦੀ ਹੈ ਸੇਵਾ ਕਰਕੇ। ਹੋਰ ਵਿਚਾਰ ਕਰੀਏ, ਸਭ ਤੋਂ ਅਹਿਮ ਸੇਵਾ ਸਾਧ ਸੰਗ ਕਿਹੜੀ ਗਿਣੀ ਗਈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਗੁਰੂ ਜੀ ਅਸੀਂ ਤਾਂ ਅਲਪਗ ਜਿਹੇ ਜੀਵ ਹਾਂ, ਸਾਨੂੰ ਇਤਨੀ ਸਮਝ ਨਹੀਂ, ਆਪ ਜੀ ਕਿਰਪਾ ਕਰਕੇ ਦੱਸੋ। ਆਪ ਦਾ ਬਚਨ ਹੈ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਵੈਸਣ ਪਾਈਐ। ਸਭ ਤੋਂ ਵੱਡੀ ਸੇਵਾ ਕਿਹੜੀ ਹੈ? ਸਾਧ ਸੰਗ ਸਿੱਖ ਦੇ ਵਾਸਤੇ ਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰ ਰਹੇ ਹਨ, ਆਗਿਆ ਸਮਨੀ ਸਾਹਿਬ ਸੇਵਾ। ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਆਗਿਆ ਮੰਨਣੀ, ਇਹ ਸਿੱਖ ਦੇ ਵਾਸਤੇ ਸਭ ਤੋਂ ਵੱਡੀ ਸੇਵਾ ਹੈ। ਹੁਣ ਵਿਚਾਰੋ, ਸਿੱਖ ਨੂੰ ਹੁਕਮ ਕੀ ਹੈ? ਸਿੱਖ ਨੂੰ ਆਗਿਆ ਕੀ ਹੈ ਗੁਰੂ ਦੀ? ਗੁਰੂ ਦਸਮ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਸਾਰੇ ਖਾਲਸਾ ਪੰਥ ਨੂੰ ਇਹ ਹੁਕਮ ਕੀਤਾ, ਆਦੇਸ਼ ਕੀਤਾ। ਰੋਜ਼ਾਨਾ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ, ਤੋਹੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ। ਸਾਧ ਸੰਗਤ, ਇਹ ਸਾਡੇ ਗੁਰੂ ਹਨ, ਜਿਨ੍ਹਾਂ ਤੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ, ਜਿਨ੍ਹਾਂ ਤੋਂ ਸਾਨੂੰ ਜੀਵਨ ਸੇਧ ਮਿਲਣੀ ਹੈ। ਸਾਧ ਸੰਗ ਪਹਿਲਾਂ ਇਹ ਆਗਿਆ ਮੰਨਣੀ ਗੁਰੂ ਦੀ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਸਾਧ ਸੰਗ ਗੁਰੂ ਮੰਨਣਾ ਕਿਸ ਨੂੰ ਕਿਹਾ ਜਾਂਦਾ ਹੈ? ਅਸੀਂ ਤੁਸੀਂ ਸਾਰੇ ਹੀ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਆ ਕੇ ਗੁਰੂ ਜੀ ਨੂੰ ਨਮਸਕਾਰ ਕਰਦੇ ਹਾਂ। ਬੜੀ ਅੱਛੀ ਗੱਲ ਹੈ, ਨਮਸਕਾਰ ਭਗਤੀ ਹੈ। 9 ਤਰ੍ਹਾਂ ਦੀ ਭਗਤੀ ਗੁਰੂ ਗ੍ਰੰਥ ਸਾਹਿਬ ਨੇ ਮੰਨੀ ਹੈ। ਭਗਤ ਨਵੇਂ ਪ੍ਰਕਾਰਾ, ਪੰਡਤ ਵੇਦ ਪੁਕਾਰਾ। 9 ਤਰ੍ਹਾਂ ਦੀ ਭਗਤੀ ਵਿੱਚ ਕੀਰਤਨ ਭਗਤੀ ਹੈ, ਸਰਵਣ ਭਗਤੀ ਹੈ, ਸਿਮਰਨ ਭਗਤੀ ਹੈ, ਨਮਸਕਾਰ ਭਗਤੀ ਵੀ ਇੱਕ ਸਾਧ ਸੰਗ ਭਗਤੀ ਹੈ, ਆਪਣੇ ਗੁਰੂ ਨੂੰ ਨਮਸਕਾਰ ਕਰਨੀ। ਪਰ ਅੱਗੇ ਗੁਰੂ ਨੂੰ ਮੰਨਣਾ, ਉਹ ਕਿਹੜੀ ਗੱਲ ਨੂੰ ਕਿਹਾ ਹੈ? ਜਿਹੜੀ ਸੇਵਾ ਗੁਰੂ ਜੀ ਨੇ ਕਹੀ ਹੈ ਵੀ ਸਿੱਖਾ, ਤੇਰੇ ਵਾਸਤੇ ਅਹਿਮ ਸੇਵਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ, ਗੁਰੂ ਦੀ ਆਗਿਆ ਵਿੱਚ ਚੱਲਣਾ। ਭਾਵ ਗੁਰੂ ਦਾ ਬਚਨ ਮੰਨਣਾ, ਗੁਰੂ ਨੂੰ ਮੰਨਣਾ। ਨਮਸਕਾਰ ਕਰਨੀ ਉਹ ਗੱਲ ਵੱਖਰੀ ਹੈ, ਪਰ ਸਾਧ ਸੰਗ ਅੱਗੇ ਗੁਰੂ ਦੇ ਬਚਨ ਨੂੰ ਸੁਣ ਕੇ ਕਮਾਉਣਾ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ। ਸਰਵਣ, ਮੰਨਣ, ਨਿਧਿਆਸਨ। ਇਹ ਗੁਰੂ ਜੀ ਨੇ ਉਪਦੇਸ਼ ਕੀਤਾ ਕਿ ਸਾਧ ਸੰਗ ਗੁਰੂ ਦੇ ਬਚਨਾਂ ਨੂੰ ਸੁਣਨਾ, ਸੁਣ ਕੇ ਮੰਨਣਾ, ਮੰਨ ਕੇ ਕਮਾਉਣਾ। ਇਹ ਵੱਡੀ ਸੇਵਾ ਹੈ, ਵੱਡੀ ਭਗਤੀ ਹੈ ਸਾਧ ਸੰਗਤ। ਹੁਣ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕਰਦੇ ਹਾਂ, ਉਹਦੇ ਨਾਲ ਹੋ ਸਕਦਾ ਅੱਛੀ ਤਰ੍ਹਾਂ ਸਮਝ ਲੱਗ ਜਾਏ। ਇੱਕ ਦ੍ਰਿਸ਼ਟਾਂਤ ਹੈ, ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਹਨ, ਮਾਤਾ ਪਿਤਾ ਕਹੋ ਜਾਂ ਕੋਈ ਦਾਦਾ ਪੜਦਾਦਾ ਕਹੋ। ਸਾਧ ਸੰਗ ਸਾਡਾ ਸਭਨਾਂ ਦਾ ਹੀ ਫਰਜ਼ ਬਣਦਾ ਹੈ ਸਤਿਕਾਰ ਕਰਨਾ, ਉਹਨਾਂ ਨੂੰ ਨਮਸਕਾਰ ਕਰਨੀ, ਉਹਨਾਂ ਨੂੰ ਮਾਣ ਇੱਜ਼ਤ ਦੇਣੀ। ਹੁਣ ਜੇ ਕੋਈ ਪ੍ਰੇਮੀ ਘਰ ਵਿੱਚ ਬੈਠੇ ਬਜ਼ੁਰਗ ਨੂੰ ਰੋਜ਼ਾਨਾ ਨਮਸਕਾਰ ਕਰਦਾ ਹੈ, ਉਹਦੇ ਪੈਰੀ ਹੱਥ ਲਾਉਂਦਾ ਹੈ, ਅੱਛੀ ਗੱਲ ਹੈ।
कोई माड़ी गल नहीं साध संगत। पर उस तो अगे जे कोई वो बजुर्ग पैरी हथ लाउण वाले नूं कोई काम कहता है भी बच्चा बेटा बीबा तो सवखते उठ के उदम करया कर, हिम्मत करया कर, दसां नोहां दी किरत करया कर, अपना कारोबार कर। हुण पैरी हथ तां रोजाना लाउंदा है, पर जिहड़ी गल बजुर्ग कहंदा साध संग वो करन नूं राजी नहीं। हुण तुसीं दसो वो बजुर्ग दा सत्कार है कि निरादर है? पैरी हथ लाउणा गल वखरी है, पर साध संग जे उहदे नाल नाल उहदा बचन भी मन लिया जाए वो उस तो भी ज़्यादा आनंद वाली गल हो जाती है। बजुर्ग की खुशी ये विच नहीं कि मेरे पैरी हथ लाउंदा रहे पर मेरी गल कोई ना मन। बजुर्ग नूं मनना उहदा मतलब ये है उहदे पैरी हथ भी ला, उहदी गल भी मन जो कह रहा है तैनूं। इस तरह ही साध संग धन श्री गुरु ग्रंथ साहिब महाराज साडे इष्ट हन, सर्व सांझी वालता दे प्रतीक, खंडा ब्रह्मंडां दे मालक गुरु ग्रंथ साहिब जी हैं। साध संग इन्हां नूं मनना केवल नमस्कार करन नूं मनना नहीं कहा। अगे जो गुरु जी बचन करते हैं, गुरु जी हुक्म करते हैं, साध संग उन्हां नूं हिरदे विच वसा के कमाउणा वो है गुरु नूं मनना। साडी बहुतिਆਂ दी हालत की है, सलाम जवाब दोवें करे, मुंडो कुत्था जाए, नानक दोवे कूड़ियाँ थाए नंगाई पाए। असी गुरु नूं नमस्कार भी करते हाँ, मत्था भी टेकते हाँ, दोनों समय आउंदे भी हैं। कई प्रेमी ज़्यादा टाइम भी आउंदे हैं, पर गुरु जी का बचन मनन नूं साध संग तैयार कोई नहीं। फिर हुण आप सोचो असीं गुरु नूं मन रहे हैं या नहीं मन रहे, असीं सेवा कर रहे हैं या नहीं कर रहे। वड्डी सेवा तो यही कही है ना, गुरु का बचन मनना, गुरु की आग्या विच रहना। सेवक सिख पूजन सब आवे, सब गावे हर हर उत्तम बाणी, गाव्या सुनिया तिनका हर थाए पाए, जिन सतगुर की आग्या सत सत कर मानी। साध संग साडी नमस्कार कीती तां थाए पैनी है, साडा गाव्या सुनिया तां थाए पैना है, जे असीं गुरु की आग्या नूं सत करके मनदे हाँ। जे सत करके मने ही नहीं फिर गुरु जी कहने कोई लाभ ही नहीं है। फिर तो वह गल है चाकर लगे चाकरी, नाले गारवाद, गल्लां करे कन्हेरियां, खसम न पाए साथ। पर सेवा किवें हुंदी है? आप गवाए सेवा करे तां किछ पाए मान, नानक जिसनूं लगा तिस मिलै, लगा सो परवान। गुरु जी कहते तेरी सेवा की प्रमाण तां है जे साहिब का हुक्म मनांगे। हुण साहिब की हुक्म करते हैं, साध संग आपां कुछ विचार करिए। गुरु ग्रंथ साहिब महाराज तो बचन सानू कई करते हैं, जीवन से दिंदे हैं, सुखी होने का साधन दसते हैं। पर का बुरा ना राखो चीत, तुमको दुख ना पाई मीत। गुरु जी की यह भी आग्या है कि किसी का बुरा ना चितवो। आप जितने बैठे हैं आपो अपने अंदर झाती मारो कि आ बचन असी गुरु जी का फॉलो कर रहे हैं या नहीं कर रहे। जे तो कर रहे हैं फिर तो मानो गुरु के साथ संग सिखा गुरु के उपदेश नूं कमा रहे हैं, तो सेवा कर रहे हैं। जे नहीं तो लोड़ है साध संग गुरु के बचनों नूं फॉलो करन दी, क्योंकि ये जीवन सेध है, ये आनंद है। गुरु जी कहते निंदा भली किसे की नाही, मन मुख मुग्ध करन। गुरु जी कहते सज्जना प्रेमिया निंदिया ना करया कर। हुण देखो जी तो असीं आ बचन फॉलो कर रहे हैं, फिर तो मानो गुरु के सिख हाँ, फिर तो गुरु जी नूं नमस्कार की साडे थाए पै रही है। जे नहीं करते फिर तो साध संग गुरु जी कहते और दोनों वस्तुआं तेरिया मत्था टेकिया भी, सलाम किया, जवाब किया, दोवें कूड़ दे विच चले गए। ऐसा गुरबाणी का कथन है। सारे प्रेमी गुरबाणी दीयां सिद्धियां धारना हैं, गज बज के बोलिया करो बई।
ਗੁਰੂ ਜੀ ਕਹਿੰਦੇ ਜੇ ਬਚਨ ਮੰਨਦੇ ਨੇ ਠੀਕ ਹੈ, ਜੇ ਨਹੀਂ ਫਿਰ ਸਾਡੀ ਗਿਣਤੀ ਕੁਛ ਐਸੀ ਸੱਜਣਾ ਵਿੱਚ ਆਉਂਦੀ ਹੈ। ਗੱਲ ਇੱਕ ਨਾ ਗੁਰਾਂ ਦੀ ਵਈ ਮੰਨਦਾ, ਉਤੋਂ ਉਤੋਂ ਮੱਥੇ ਟੇਕਦਾ। ਗੱਲ ਇੱਕ ਨਾ ਗੁਰਾਂ ਦੀ ਵਈ ਮੰਨਦਾ, ਉਤੋਂ ਉਤੋਂ ਮੱਥੇ ਟੇਕਦਾ। ਪ੍ਰੇਮੀਆਂ ਤੂੰ ਕੋਈ ਬਚਨ ਤਾਂ ਮੰਨ ਨਹੀਂ ਰਿਹਾ, ਤੇਰਾ ਉਤੋਂ ਉਤੋਂ ਮੱਥਾ ਟੇਕਣਾ ਉਹ ਕਿਸੇ ਸਾਧ ਸੰਗ ਗਿਣਤੀ ਵਿੱਚ ਨਹੀਂ ਆਉਂਦਾ ਹੈ। ਇਸ ਕਰਕੇ ਸਿੱਖ ਦੇ ਵਾਸਤੇ ਸਭ ਤੋਂ ਵੱਡੀ ਸੇਵਾ ਆਗਿਆ ਸੰਮਣੀ ਸਾਹਿਬ ਸੇਵਾ, ਗੁਰੂ ਦੀ ਆਗਿਆ ਵਿੱਚ ਚੱਲਣਾ। ਜਦੋਂ ਸਿੱਖ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ ਸਾਧ ਸੰਗਤ, ਉਦੋਂ ਹੀ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਇੱਕ ਦ੍ਰਿਸ਼ਟਾਂਤ ਦੇ ਕੇ ਸਾਖੀ ਫਰਮਾਨ ਇਤਿਹਾਸ ਵਿੱਚੋਂ ਲੈ ਕੇ ਸਮਝੀਏ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਤਾਰ ਰਹੇ ਸਨ। ਇੱਕ ਵੈਦ ਸੀ, ਸੁਜਾਨ ਚੰਦ ਕਰਕੇ ਨਾਮ ਆਉਂਦਾ, ਲਾਹੌਰ ਵਾਸੀ ਸੀ, ਬੜਾ ਪੜ੍ਹਿਆ ਲਿਖਿਆ ਸੀ। ਸਾਧ ਸੰਗਤ ਵੇਦ ਸ਼ਾਸਤਰ ਵੀ ਕਾਫੀ ਪੜ੍ਹਿਆ ਸੀ, ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਵੈਦ ਸੀ ਬਾ ਕਮਾਲ, ਪਰ ਮਨ ਦੇ ਅੰਦਰ ਸ਼ਾਂਤੀ ਨਹੀਂ ਸੀ। ਪਹਿਲੇ ਦੀਵਾਨਾਂ ਵਿੱਚ ਵੀ ਵਿਚਾਰ ਹੋਈ ਹੈ, ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ ਹੀ ਹੈ। ਜਿਹਦਾ ਮਨ ਸ਼ਾਂਤ ਹੈ ਉਹ ਕੁੱਲ ਸ੍ਰਿਸ਼ਟੀ ਦਾ ਬਾਦਸ਼ਾਹ ਹੀ ਹੈ। ਸਾਧ ਸੰਗਤ ਜਿਹਦਾ ਮਨ ਨਹੀਂ ਸ਼ਾਂਤ, ਗੁਰੂ ਜੀ ਕਹਿੰਦੇ ਉਹਦੇ ਵਰਗਾ ਕੰਗਾਲ ਕੋਈ ਨਹੀਂ ਹੈ। ਤਾਂ ਤੇ ਮਨ ਦੀ ਸ਼ਾਂਤੀ ਸਭ ਤੋਂ ਲਾਜ਼ਮੀ ਗੱਲ ਹੈ। ਹੁਣ ਉਸ ਵੈਦ ਉਹਦਾ ਮਨ ਸ਼ਾਂਤ ਨਹੀਂ ਸੀ। ਦੱਸ ਪਾਈ ਕਿ ਪ੍ਰੇਮੀਆਂ, ਜੇ ਮਨ ਦੀ ਸ਼ਾਂਤੀ ਚਾਹੁੰਦਾ ਹੈ, ਗੁਰੂ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਤਾਰ ਰਹੇ ਹਨ। ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾ। ਵੈਦ ਸੁਜਾਨ ਸਾਧ ਸੰਗ ਉਹ ਗੱਲ ਸੁਣ ਕੇ ਅਨੰਦਪੁਰ ਸਾਹਿਬ ਵਿਖੇ ਆ ਜਾਂਦਾ ਹੈ, ਕਿਉਂਕਿ ਜਿਸ ਦੇ ਅੰਦਰ ਤੜਫ ਹੋਵੇ, ਜਿਸ ਦੇ ਅੰਦਰ ਖਿੱਚ ਹੋਵੇ, ਉਹਨੂੰ ਬਸ ਦੱਸ ਪੈਣ ਦੀ ਲੋੜ ਹੈ। ਸਾਧ ਸੰਗਤ ਉੱਥੇ ਹੀ ਪਹੁੰਚ ਜਾਂਦਾ ਹੈ। ਅਨੰਦਪੁਰ ਸਾਹਿਬ ਵਿਖੇ ਪਹੁੰਚਿਆ, ਗੁਰੂ ਜੀ ਦਾ ਦਰਬਾਰ ਸਜਿਆ। ਸਾਧ ਸੰਗਤ ਬੇਅੰਤ ਸੰਗਤਾਂ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ।
ਹਜ਼ੂਰ ਦਾ ਤਖਤ ਲੱਗਿਆ ਹੋਇਆ ਹੈ। ਸਵਾ ਲੱਖ ਦੇ ਚੰਦੋਏ ਚਾਂਦਣੀਆਂ ਤਾਣੀਆਂ ਜਾਣੀਆਂ ਜਿੱਥੇ ਗੁਰੂ ਕਲਗੀਧਰ ਮਹਾਰਾਜ ਸਜਿਆ ਕਰਦੇ ਸਨ। ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਨ ਸਾਧ ਸੰਗਤ। ਸੋ ਚੌਰ ਸਾਹਿਬ ਹੋ ਰਿਹਾ ਹੈ, ਜਿਗਰ ਕਲੰਗੀ ਸਜੀ ਹੋਈ ਹੈ। ਚਿਹਰੇ ਦਾ ਤੇਜ ਪ੍ਰਤਾਪ ਇਹੋ ਜਿਹੇ ਦਸਮ ਪਾਤਸ਼ਾਹ ਦਾ ਉਹ ਝੱਲਿਆ ਨਹੀਂ ਜਾਂਦਾ ਸਾਧ ਸੰਗਤ। ਹਜ਼ੂਰ ਦੇ ਸਨਮੁਖ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਚੁੱਕਿਆ ਕਰਦੇ ਸਨ। ਸੁਜਾਨ ਵੈਦ ਨੇ ਇਹ ਸਾਰਾ ਦ੍ਰਿਸ਼ ਆਪਣੇ ਅੱਖਾਂ ਨਾਲ ਦੇਖਿਆ। ਹਜ਼ੂਰ ਦੇ ਸਨਮੁਖ ਜਾਂਦਾ ਹੈ, ਚਰਨਾਂ 'ਤੇ ਸੀਸ ਝੁਕਾਉਂਦਾ ਹੈ, ਨਮਸਕਾਰ ਕਰਦਾ ਹੈ। ਸਾਧ ਸੰਗਤ ਹਜ਼ੂਰ ਦਾ ਤੇਜ ਪ੍ਰਤਾਪ ਚੱਲਿਆ ਨਹੀਂ ਜਾਂਦਾ, ਕਿਉਂਕਿ ਬੜਾ ਤੇਜ ਲਾਲ ਹੈ ਸਾਧ ਸੰਗਤ। ਗੁਰੂ ਕਲਗੀਧਰ ਮਹਾਰਾਜ ਵਰਗਾ ਵਿਚਾਰ ਕਰੀਏ ਕੋਈ ਰਾਜਾ ਵੀ ਨਹੀਂ। ਰਾਜਿਆਂ 'ਚੋਂ ਰਾਜਾ ਵੱਡਾ ਗੁਰੂ ਕਲਗੀਧਰ ਮਹਾਰਾਜ। ਤਪਸਵੀਆਂ ਵਿੱਚੋਂ ਮਹਾਨ ਤਪੀ ਮਹਾਨ ਤਪਸਵੀ ਗੁਰੂ ਦਸਮ ਪਾਤਸ਼ਾਹ ਹੋਏ ਹਨ। ਲਖਾਰੀਆਂ ਵਿੱਚੋਂ ਕਲਮ ਦੇ ਧਨੀ ਗੁਰੂ ਕਲਗੀਧਰ ਮਹਾਰਾਜ ਹੋਏ ਹਨ। ਸਾਧ ਸੰਗਤ ਦਸਮ ਪਾਤਸ਼ਾਹ ਜਿਹਾ ਨਾ ਕੋਈ ਹੈ, ਨਾ ਕੋਈ ਹੋ ਸਕਦਾ ਹੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਸਾਧ ਸੰਗਤ ਮੇਰਾ ਦਸਮ ਪਾਤਸ਼ਾਹ ਉਹ ਰਾਜਿਆਂ ਵਿੱਚੋਂ ਰਾਜੇ, ਜੋਗੀਆਂ ਵਿੱਚੋਂ ਜੋਗੀ। ਸਾਰੇ ਗੱਜ ਵੱਜ ਕੇ ਬੋਲਿਓ ਭਾਈ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਰਾਜਾ ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। 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 ਰਾਜ ਮੈਂ ਰਾਜ, ਜੋਗ ਮੈਂ ਜੋਗੀ। ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ। ਮੇਰਾ ਸਤਿਗੁਰ ਪਿਆਰਾ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਮੇਰਾ ਸਤਿਗੁਰ ਪਿਆਰਾ ਜੀ, ਰਾਜ ਮੈਂ ਰਾਜਾ, ਜੋਗ ਮੈਂ ਜੋਗੀ। ਰਾਜ ਮੈਂ ਰਾਜ, ਜੋਗ ਮੈਂ ਜੋਗੀ। ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਗੁਰੂ ਕਲਗੀਧਰ ਮਹਾਰਾਜ ਸਾਧ ਸੰਗਤ ਤਖਤ 'ਤੇ ਬੈਠੇ ਹਨ। ਸੁਜਾਨ ਵੈਦ ਨੇ ਹਜ਼ੂਰ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਸਾਰ ਹੀ ਤਨ ਮਨ ਨੂੰ ਸ਼ਾਂਤੀ ਮਿਲੀ। ਸਮਰੱਥ ਗੁਰੂ ਦੀ ਨਿਸ਼ਾਨੀ ਹੀ ਸਾਧ ਸੰਗਤ ਇਹ ਹੈ, ਜਿਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸੁਜਾਏ, ਹਰ ਪਰਮ ਪਦ ਲਈਐ। ਸਮਰੱਥ ਗੁਰੂ ਦੀ ਇਹ ਨਿਸ਼ਾਨੀ ਹੈ।
ਸਾਧ ਸੰਗ ਗੁਰੂ ਦੇ ਦਰਸ਼ਨ ਕਰਦੇ ਸਾਰ ਹੀ ਤਨ ਮਨ ਸ਼ਾਂਤ ਹੋ ਜਾਂਦਾ ਹੈ। ਮਨ ਵਿੱਚ ਕੋਈ ਸੰਸਾਰ ਨਹੀਂ, ਕੋਈ ਦੁਬਿਧਾ ਨਹੀਂ ਰਹਿ ਜਾਂਦੀ। ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਸਮਰੱਥ ਗੁਰੂ ਦੀ ਸਾਧ ਸੰਗ ਨਿਸ਼ਾਨੀ ਹੈ। ਜਿਤ ਮਿਲਿਆ ਮਨ ਹੋਏ ਆਨੰਦ। ਜਿਹਨੂੰ ਮਿਲ ਕੇ ਮਨ ਵਿੱਚ ਆਨੰਦ ਆ ਜਾਏ। ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਗੁਰੂ ਹਨ। ਹਜ਼ੂਰੀ ਵਿੱਚ ਆਉਂਦਿਆਂ ਸਾਰ ਹੀ ਤਪਦਾ ਮਨ ਸ਼ਾਂਤ ਹੋ ਜਾਂਦਾ ਹੈ। ਸਾਧ ਸੰਗਤ ਦਰਸ਼ਨ ਕਰਕੇ, ਗੁਰਬਾਣੀ ਸੁਣ ਕੇ, ਗੁਰੂ ਜੀ ਦੇ ਬਚਨ ਸੁਣ ਕੇ ਸੜਦਾ ਵੜਦਾ ਮਨ ਠੰਡਾ ਠਾਰ ਹੋ ਜਾਂਦਾ ਹੈ। ਸੋ ਇਹ ਸੰਪੂਰਨਤਾਈ ਦੀ, ਪੂਰਨਤਾਈ ਦੀ ਨਿਸ਼ਾਨੀ ਹੈ। ਸੋ ਵੈਦ ਸੁਜਾਨ ਨੇ ਨਮਸਕਾਰ ਕੀਤੀ। ਕਹਿਣ ਗਿਆ ਮਹਾਰਾਜ ਬੜਾ ਲੰਬਾ ਸਮਾਂ ਲੰਘਿਆ, ਬੜਾ ਦੁਖੀ ਸੀ, ਬੜਾ ਸ਼ਾਂਤ ਰਹਿੰਦਾ ਸੀ ਮਨ। ਅੱਜ ਪਹਿਲਾ ਦਿਨ ਹੈ, ਹਜ਼ੂਰ ਦੇ ਦਰਸ਼ਨ ਕੀਤੇ ਹਨ, ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਹਜ਼ੂਰ ਪੁੱਛ ਰਹੇ ਹਨ, ਭਾਈ ਕੀ ਕਰਦਾ ਹੁੰਦਾ? ਮਹਾਰਾਜ ਮੈਂ ਵੈਦ ਹਾਂ। ਆਪ ਦੀ ਕਿਰਪਾ ਸਦਕਾ ਕੋਈ ਰੋਗੀ ਪੁਰਸ਼ ਹੋਵੇ, ਉਹਦੀ ਮੈਂ ਦਵਾਈ ਬੂਟੀ ਕਰਦਾ, ਅੱਛਾ ਹੋ ਜਾਂਦਾ ਹੈ। ਉਸ ਸਮੇਂ ਦਸਮ ਪਾਤਸ਼ਾਹ ਕਹਿਣ ਲੱਗੇ ਵੀ ਇਉਂ ਕਰ, ਇੱਥੋਂ ਚਲਿਆ ਜਾ ਬਸ। ਇਹ ਗੱਲ ਕਹੀ। ਜਦੋਂ ਇਹ ਬਚਨ ਸੁਣਿਆ, ਮਨ ਦੇ ਵਿੱਚ ਆਇਆ ਵੀ ਮੈਂ ਕਿਤਨੇ ਲੰਬੇ ਸਮੇਂ ਤੋਂ ਗੁਰੂ ਦੀ ਢੂੰਡ ਕਰਦਾ ਸੀ, ਗੁਰੂ ਦੇ ਦਰਸ਼ਨ ਕੀਤੇ ਹਨ, ਪਰ ਗੁਰੂ ਜੀ ਕਹਿੰਦੇ ਨੇ ਇੱਥੋਂ ਚਲਿਆ ਜਾ। ਫਿਰ ਬੈਠਾ ਰਿਹਾ। ਗੁਰੂ ਜੀ ਨੇ ਫਿਰ ਕਿਹਾ, ਐ ਵੈਦ ਇੱਥੋਂ ਚਲਿਆ ਜਾ। 3 ਦਫਾ ਗੁਰੂ ਜੀ ਨੇ ਬਚਨ ਕਹੇ। ਸਾਧ ਸੰਗ ਗੁਰੂ ਦੇ ਬਚਨਾਂ ਵਿੱਚ ਭੇਦ ਹੁੰਦਾ ਹੈ। ਹੁਣ ਆਪਣੀ ਵਿਚਾਰ ਚੱਲੀਏ, ਗੁਰੂ ਦਾ ਬਚਨ ਮੰਨਣਾ ਹੀ ਸਿੱਖ ਦੀ ਸਭ ਤੋਂ ਵੱਡੀ ਸੇਵਾ ਗਿਣੀ ਜਾਂਦੀ ਹੈ। ਔਰ ਜਿਹੜਾ ਇਹ ਸੇਵਾ ਕਰ ਲਏ, ਫਿਰ ਗੁਰੂ ਉਹਦੇ ਸਦਾ ਹੀ ਹਾਜ਼ਰ ਨਾਜ਼ਰ ਹੈ। ਸਾਧ ਸੰਗਤ ਗੁਰੂ ਸਦਾ ਹੀ ਹਜ਼ੂਰ ਹੈ, ਉਹ ਦੂਰ ਨਹੀਂ ਹੈ। ਗੁਰੂ ਕਿਤੇ ਆਪਣੇ ਸਿੱਖਾਂ ਦੇ ਸਦਾ ਹੀ ਅੰਗ ਸੰਗ ਹੈ, ਅੰਦਰ ਬਾਹਰ ਸਾਰੇ ਪਾਸੇ ਵਸਦਾ ਹੈ। ਹੁਣ ਵੈਦ ਸੁਜਾਨ ਬਚਨ ਸੁਣਿਆ, ਸੀਸ ਝੁਕਾ ਦਿੱਤਾ। ਮਹਾਰਾਜ ਕਿੱਥੇ ਜਾਵਾਂ? ਹਜ਼ੂਰ ਕਹਿੰਦੇ ਜਿੱਧਰ ਮੁੱਖ ਹੈ ਉੱਧਰ ਨੂੰ ਤੁਰ ਪਏ। ਮਹਾਰਾਜ ਜਾਣਾ ਕਿੱਥੇ ਹੈ ਉਹ ਵੀ ਪਤਾ ਲੱਗ ਜਾਏਗਾ, ਜਾ ਕੇ ਦੁਖੀਆਂ ਦੀ ਸੇਵਾ ਕਰ, ਇਹੀ ਤੇਰੇ ਵਾਸਤੇ ਹੁਕਮ ਹੈ। ਸੀਸ ਝੁਕਾ ਦਿੱਤਾ, ਗੁਰੂ ਦਾ ਬਚਨ ਮੰਨਿਆ। ਸਾਧ ਸੰਗਤ ਅਨੰਦਪੁਰ ਸਾਹਿਬ ਤੋਂ ਬਾਹੂ ਦਾ ਹੀ ਵੈਦ ਸੁਜਾਨ ਜੀ ਦੌੜੇ ਜਾਂਦੇ ਹਨ। ਕਿਤੇ ਵੀ ਰੁਕਣ ਦਾ ਨਾਮ ਨਹੀਂ ਲਿੱਤਾ। ਦਿਨ ਦਾ ਛੁਪਾ ਹੋ ਰਿਹਾ ਹੈ। ਅੱਗੇ ਇੱਕ ਨਗਰ ਆਇਆ, ਹਨੇਰਾ ਹੋ ਚੁੱਕਿਆ ਸੀ, ਉੱਥੇ ਜਾ ਕੇ ਡਿੱਗ ਜਾਂਦੇ ਹਨ। ਬੇਸੁੱਧ ਹੋ ਗਏ, ਪੈਰਾਂ ਵਿੱਚ ਛਾਲੇ ਹੋ ਚੁੱਕੇ ਸਨ, ਕਿਉਂਕਿ ਗੁਰੂ ਦਾ ਬਚਨ ਮੰਨ ਕੇ ਉੱਥੋਂ ਦੌੜੇ ਹੋਏ ਸਨ। ਪਿੰਡ ਵਾਲਿਆਂ ਨੇ ਦੇਖਿਆ ਕੋਈ ਅਜਨਬੀ ਹੈ, ਉਠਾ ਲਿਆ, ਕੁਛ ਸੇਵਾ ਕੀਤੀ, ਟਹਿਲ ਉਸਦੀ ਹੋਸ਼ ਵਿੱਚ ਆਇਆ। ਪੁੱਛਿਆ ਵੀ ਕੌਣ ਹੈ ਤੂੰ? ਕਹਿਣ ਲੱਗਿਆ ਮੈਂ ਗੁਰੂ ਦਸਮ ਪਾਤਸ਼ਾਹ ਦਾ ਸਿੱਖ ਹਾਂ, ਸੁਜਾਨ ਮੇਰਾ ਨਾਮ ਹੈ, ਸੁਜਾਨ ਚੰਦ ਸੀ ਨਾਮ ਉਸਦਾ। ਕੀ ਕਰਨ ਆਇਆ ਹੈ? ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਰੋਗੀਆਂ ਦੀ ਸੇਵਾ ਕਰਨੀ ਹੈ, ਦੁਖੀਆਂ ਦੀ ਸੇਵਾ ਕਰਨੀ ਹੈ। ਬਹੁਤ ਵੱਡੀ ਸੇਵਾ ਲਾ ਕੇ ਹਜ਼ੂਰ ਨੇ ਸਾਧ ਸੰਗ ਤੋਰਿਆ ਸੀ। ਕਹਿਣਗੇ ਅੱਛਾ ਕਿਵੇਂ? ਕਹਿਣ ਗਿਆ ਮੈਂ ਵੈਦ ਹਾਂ। ਗੁਰੂ ਜੀ ਦੀ ਕਿਰਪਾ ਸਦਕਾ ਕਿਸੇ ਨੂੰ ਕੋਈ ਦੁੱਖ ਹੋਵੇ, ਕੋਈ ਰੋਗ ਹੋਵੇ, ਮੈਂ ਪੈਸਾ ਕਿਸੇ ਤੋਂ ਨਹੀਂ ਲਵਾਂਗਾ। ਬਸ ਰਹਿਣ ਵਾਸਤੇ ਥਾਂ ਦੇ ਦਿਓ, ਕੁਛ ਖਾਣ ਵਾਸਤੇ ਭੋਜਨ ਪਾਣੀ ਚਾਹੀਦਾ। ਕਿਸੇ ਨੂੰ ਵੀ ਕੋਈ ਦੁੱਖ ਹੈ, ਕੋਈ ਤਾਪ ਹੈ, ਕੋਈ ਬਿਮਾਰੀ ਹੈ, ਮੈਂ ਉਹਦਾ ਇਸੇ ਤਰ੍ਹਾਂ ਹੀ ਇਲਾਜ ਕਰਿਆ ਕਰਾਂਗਾ। ਮੇਰੀ ਇਹੀ ਸੇਵਾ ਹੈ। ਸਾਧ ਸੰਗ ਲੁਕਾਈ ਦੀ ਸੇਵਾ ਕਰਨੀ, ਦੁਨੀਆ ਦੀ ਸੇਵਾ ਕਰਨੀ, ਗਰੀਬਾਂ ਦੀ ਸੇਵਾ ਕਰਨੀ, ਦੁਖੀਆਂ ਦੀ ਸੇਵਾ ਕਰਨੀ, ਗੁਰੂ ਨਾਨਕ ਜੀ ਨੇ ਬਹੁਤ ਵੱਡੀ ਸੇਵਾ ਦੱਸੀ ਹੈ। ਕਿਉਂਕਿ ਕੋਈ ਦੁਖੀ ਹੋਵੇ, ਸਾਡੇ ਵਿੱਚ ਸਮਰੱਥਾ ਹੈ ਉਹਦਾ ਦੁੱਖ ਦੂਰ ਕਰਨ ਦੀ। ਗੁਰੂ ਜੀ ਕਹਿੰਦੇ ਦੇਰੀ ਨਾ ਲਾਓ, ਉਸੇ ਸਮੇਂ ਸੇਵਾ ਵਿੱਚ ਜੁਟ ਜਾਓ। ਕਿਉਂਕਿ ਕਿਸੇ ਦੇ ਉੱਤੇ ਦਇਆ ਕਰਨੀ, 68 ਤੀਰਥ ਸਗਲ ਪੁੰਨ, ਜੀ ਦਿਆ ਪ੍ਰਵਾਨ।
68 ਤੀਰਥਾਂ ਦਾ ਇਸ਼ਨਾਨ ਸਾਧ ਸੰਗਤ ਸੁਣਿਆ ਹੀ ਹੈ, ਕਰਿਆ ਤਾਂ ਪਹਿਲੇ ਸਮੇਂ 'ਚ ਕਿਸੇ ਨੇ ਹੋਏਗਾ। ਪਰ ਗੁਰੂ ਜੀ ਕਹਿੰਦੇ ਇਹਦਾ ਜੇ ਤੁਸੀਂ ਪੁੰਨ ਫਲ ਚਾਹੁੰਦੇ ਹੋ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਅੱਜ ਦੇ ਸਮੇਂ 'ਚ। ਫਿਰ ਕੀ ਕਰੀਏ? ਗੁਰੂ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਨੂੰ ਪੁੱਛਣ, ਸੱਚੇ ਪਾਤਸ਼ਾਹ ਫਿਰ ਕੀ ਕੀਤਾ ਜਾਏ? ਹਜ਼ੂਰ ਕਹਿਣਗੇ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਕੋਈ ਦੁਖੀ ਹੈ, ਕੋਈ ਗਰੀਬ ਹੈ, ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਉਹਦੇ ਉੱਤੇ ਦਇਆ ਕਰੋ, ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰੋ। ਸਾਧ ਸੰਗਤ ਧੰਨ ਕਰਕੇ ਦੁੱਖ ਦੂਰ ਕਰ ਸਕਦੇ ਹਾਂ, ਧੰਨ ਕਰਕੇ ਕਿਸੇ ਦੀ ਹੈਲਪ ਕਰੋ। ਧੰਨ ਕਰਕੇ ਕਰ ਸਕਦੇ ਹੋ, ਧੰਨ ਕਰਕੇ ਹੈਲਪ ਕਰੋ, ਮਦਦ ਕਰੋ ਜੀਵਾਂ ਦੀ, ਦੁਖੀਆਂ ਦੀ। ਸਾਡੇ ਪਾਸ ਗੁਰੂ ਨੇ ਜੇ ਸਮਰੱਥਾ ਦਿੱਤੀ ਹੈ, ਜੇ ਧਨ ਵੀ ਸਾਡਾ ਨਹੀਂ ਚੱਲ ਰਿਹਾ, ਸਾਡੇ ਪਾਸ ਧਨ ਵੀ ਨਹੀਂ, ਗੁਰੂ ਜੀ ਕਹਿੰਦੇ ਮਨ ਕਰਕੇ ਅਰਦਾਸ ਹੀ ਕਰ ਦਿਆ ਕਰੋ, ਅਰਦਾਸ ਕਰ ਦਿਆ ਕਰੋ। ਇਹ ਵੱਡੀ ਸੇਵਾ ਹੈ। ਗੁਰੂ ਨਾਨਕ ਦੇ ਘਰ ਤੋਂ ਸਾਧ ਸੰਗਤ ਦਿਨ ਰਾਤ ਹੀ ਇਹ ਆਵਾਜ਼ ਆਉਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਨਾਨਕ ਦੇ ਘਰ ਤੋਂ ਆਉਂਦੀ ਹੈ। ਸਾਧ ਸੰਗਤ ਕਿਉਂ? ਕਿਉਂਕਿ ਜਰੇ ਜਰੇ ਵਿੱਚ ਰੱਬ ਵਸਿਆ ਹੋਇਆ ਹੈ। ਦੁਖੀਆਂ ਦੀ ਸੇਵਾ, ਗਰੀਬਾਂ ਦੀ ਸੇਵਾ, ਲੁਕਾਈ ਦੀ ਸੇਵਾ, ਇਹ ਪਰਮੇਸ਼ਰ ਦੀ ਸੇਵਾ ਹੀ ਹੈ। ਰੱਬ ਦੀ ਸੇਵਾ ਨਿਰੰਕਾਰ ਦੀ ਸੇਵਾ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਉਪਦੇਸ਼ ਕੀਤਾ ਹੈ। ਹੁਣ ਇਹ ਵੱਡੀ ਸੇਵਾ ਕਰਨ ਵਾਸਤੇ ਵੈਦ ਸੁਜਾਨ ਜੀ ਉਸ ਰੋਪੜ ਦੇ ਜਿਹੜੇ ਨਗਰ ਹੈ ਉੱਥੇ ਰਹਿੰਦੇ ਹਨ। ਕੋਈ ਗਰੀਬ ਆ ਜਾਏ ਉਹਦੀ ਮਦਦ ਕਰਦੇ ਹਨ ਜਥਾ ਜੋਗ, ਕੋਈ ਦੁਖੀ ਆ ਜਾਏ ਉਹਨੂੰ ਜਥਾ ਜੋਗ ਦਵਾਈ ਦਿੰਦੇ ਹਨ। ਦਵਾਈ ਦਿੰਦਿਆਂ ਨਾਲ ਕਹਿੰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਦੀ ਉਪਮਾ ਕਰਕੇ ਦਵਾਈ ਛਕਣੀ ਹੈ। ਮੇਰਾ ਜਿਹੜਾ ਗੁਰੂ ਹੈ ਉਹ ਵੈਦਾਂ ਦਾ ਵੈਦ ਹੈ। ਜਨਮ ਜਨਮ ਕੇ ਦੁੱਖ ਨਿਵਾਰੇ, ਸੂਕਾ ਮਨ ਸਾਧਾਰੇ। ਦਰਸ਼ਨ ਭੇਟਤ ਹੋਤ ਨਿਹਾਲਾ। ਸਾਧ ਸੰਗ ਗੁਰੂ ਇਹੋ ਜਿਹਾ, ਉਹਦੇ ਦਰਸ਼ਨ ਕਰਕੇ ਹੀ ਤਨ ਮਨ ਸ਼ਾਂਤ ਹੋ ਜਾਏ। ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਗੁਰੂ ਵੈਦ ਹੈ। ਕਿਹੋ ਜਿਹਾ ਵੈਦ ਹੈ? ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਉਹ ਤਾਂ ਜਮਾਂ ਦੀ ਫਾਹੀ ਕੱਟਣ ਨੂੰ ਸਮਰੱਥ ਹੈ। ਮੇਰਾ ਵੈਦ ਜੀ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਮੇਰਾ ਵੈਦ ਗੁਰੂ ਜੀ, ਮੇਰਾ ਵੈਦ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਮੇਰਾ ਵੈਦ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਹਾਂਜੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਡਾ। ਦਵਾਈ ਕਿਹੜੀ ਦਿੰਦਾ ਹੈ? ਗੁਰੂ ਵੈਦ। ਹਰ ਹਰ ਨਾਮ, ਸਾਧ ਸੰਗ ਨਾਮ ਦੀ ਔਸ਼ਧੀ ਦਿੰਦਾ ਹੈ। ਸਰਵ ਰੋਗ ਕੋ ਔਖਦ ਨਾਮ। ਸਾਰੇ ਰੋਗਾਂ ਦੀ ਜਿਹੜੀ ਦਵਾਈ ਔਸ਼ਧੀ ਗੁਰੂ ਦੇ ਪਾਸ ਨਾਮ ਹੀ ਹੋਇਆ ਕਰਦੀ ਹੈ। ਸੋ ਵੈਦ ਸੁਜਾਨ ਨਾਲੇ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਾ ਹੈ, ਨਾਲੇ ਹਰ ਇੱਕ ਨੂੰ ਦਵਾਈ ਦਿੰਦਾ ਹੈ, ਨਾਲ ਇਹ ਵਚਨ ਕਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਨਾਮ ਲੈ ਕੇ ਦਵਾਈ ਤੁਸੀਂ ਲੈਣੀ ਹੈ। ਸਾਧ ਸੰਗ ਬੜੀ ਮਹਿਮਾ ਫੈਲ ਗਈ ਵੈਦ ਸੁਜਾਨ ਦੀ। ਜਦੋਂ ਵੀ ਦਿਨ ਵਿੱਚ ਫਰੀ ਹੁੰਦਾ ਹੈ, ਜਿਹੜੀਆਂ ਅਨੰਦਪੁਰ ਸਾਹਿਬ ਨੂੰ ਸੰਗਤਾਂ ਜਾਂਦੀਆਂ ਹਨ, ਉਹਨਾਂ ਦੇ ਵਾਸਤੇ ਸਾਧ ਸੰਗ ਠੰਡਾ ਜਲ ਲੈ ਕੇ ਬੈਠ ਜਾਂਦਾ ਹੈ,
ਕਿਸੇ ਨੂੰ ਭੋਜਨ, ਕਿਸੇ ਨੂੰ ਜਲ, ਔਰ ਆਉਂਦੇ ਜਾਂਦੇ ਸੰਗਤਾਂ ਨੂੰ ਜਲ ਛਕਾਉਂਦਾ ਹੈ, ਨਾਲੇ ਮੁੱਖੋਂ ਵਚਨ ਕਰਦਾ ਰਹਿੰਦਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਲੇ ਇਉਂ ਪ੍ਰੇਮ ਨਾਲ ਸਿਮਰਨ ਕਰਦਾ ਹੈ, ਜਾਪ ਕਰਦਾ ਹੈ, ਨਾਲੇ ਦਸਮ ਪਾਤਸ਼ਾਹ ਦੇ ਪਾਵਨ ਸਾਧ ਸੰਗ ਨਾਮ ਉਚਾਰਨ ਕਰਦਾ ਰਹਿੰਦਾ ਹੈ। ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ ਹਨ। ਅਨੰਦਪੁਰ ਸਾਹਿਬ ਜਾ ਕੇ ਦੱਸਦੀਆਂ ਹਨ, ਸੱਚੇ ਪਾਤਸ਼ਾਹ ਰਾਸਤੇ ਵਿੱਚ ਆਪ ਦਾ ਕੋਈ ਸਿੱਖ ਹੈ, ਬੜੀ ਸੰਗਤਾਂ ਦੀ ਸੇਵਾ ਕਰਦਾ ਹੈ, ਔਰ ਮੁਖੋਂ ਬਸ ਜਦੋਂ ਵੀ ਬੋਲਦਾ ਹੈ ਤੁਹਾਡੀ ਉਸਤਤੀ ਹੀ ਕਰਦਾ ਹੈ। ਸਿੱਖ ਦਾ ਕਰਮ ਹੀ ਇਹ ਹੈ, ਸਾਧ ਸੰਗ ਦਿਨ ਰਾਤ ਆਪਣੇ ਗੁਰੂ ਦੀ ਉਪਮਾ ਹੀ ਕਰਦੇ ਰਹਿਣਾ। ਅਰਦਾਸ ਕਰਨੀ, ਸੱਚੇ ਪਾਤਸ਼ਾਹ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ ਇਹੋ। ਆਪਾਂ ਵੀ ਸਾਰੇ ਗੁਰੂ ਹਜ਼ੂਰੀ ਵਿੱਚ ਰਲ ਮਿਲ ਕੇ ਸਾਧ ਸੰਗ ਇਹ ਅਰਦਾਸ ਕਰੀਏ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਤਾਰ ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦਿਓ, 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 ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਜਪੋ ਭਾਈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ ਇਹੋ, ਨਾਨਕ ਜਾਓ ਇਹੋ, ਨਾਨਕ ਜਾਓ ਇਹੋ, ਨਾਨਕ ਜਾਓ ਇਹੋ। ਵਿਸਰ ਨਾਹੀਂ ਦਾਤਾ, ਵਿਸਰ ਨਾਹੀਂ ਦਾਤਾਰ, ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ। ਹਾਂਜੀ, ਹਰ ਇੱਕ ਸਿੱਖ ਦੇ ਵਾਸਤੇ
ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਨੀ ਲਾਜ਼ਮੀ ਹੈ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਦਿਨ ਰਾਤ ਹੀ ਆਪ ਜੀ ਦਾ ਨਾਮ ਜਪਦੇ ਰਹੀਏ, ਦਿਨ ਰਾਤ ਹੀ ਆਪ ਦੀ ਉਪਮਾ ਕਰਦੇ ਰਹੀਏ। ਇਹ ਸਿੱਖ ਦੀ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਚਰਨਾਂ ਵਿੱਚ। ਸੋ ਸਿੱਖਾਂ ਨੇ ਗੁਰੂ ਦਸਮ ਪਾਤਸ਼ਾਹ ਨੂੰ ਦੱਸਿਆ ਮਹਾਰਾਜ, ਉਹ ਸਿੱਖ ਦਿਨ ਰਾਤ ਹੀ ਆਪ ਦੀ ਉਪਮਾ ਕਰਦਾ ਹੈ। ਗੁਰੂ ਦਸਮ ਪਾਤਸ਼ਾਹ ਮੁਸਕਰਾਉਂਦੇ ਹਨ, ਜਾਣੀ ਜਾਣ ਸਨ। ਸਾਧ ਸੰਗਤ ਬੜੇ ਪ੍ਰਸੰਨ ਹੋਏ, ਕਿਉਂਕਿ ਉਹਨੇ ਦਸਮ ਪਾਤਸ਼ਾਹ ਦੀ ਆਗਿਆ ਮੰਨੀ। ਸਭ ਤੋਂ ਵੱਡੀ ਸੇਵਾ ਆਪਣੀ ਵਿਚਾਰ ਚੱਲਿਆ, ਗੁਰੂ ਦੀ ਆਗਿਆ ਮੰਨਣੀ ਹੀ ਹੈ, ਗੁਰੂ ਦੇ ਹੁਕਮ ਵੀ ਚੱਲਣਾ ਹੀ ਹੈ, ਉਹ ਸਭ ਤੋਂ ਵੱਡੀ ਸੇਵਾ ਹੈ। ਹੁਣ ਵੈਦ ਸੁਜਾਨ ਉਹਦੇ ਮਨ ਦੇ ਵਿੱਚ ਬੜੀ ਤਾਂਘ ਹੈ, ਮੈਂ ਗੁਰੂ ਦਸਮ ਪਾਤਸ਼ਾਹ ਦੇ ਦਰਸ਼ਨ ਕਰਾਂ। ਪਰ ਗੁਰੂ ਦੇ ਬਚਨ ਸਨ ਵੀ ਦੁਖੀਆਂ ਦੀ ਸੇਵਾ ਕਰਨੀ ਹੈ। ਮਨ ਦੇ ਵਿੱਚ ਤਾਂਘ ਹੈ, ਦਰਸ਼ਨ ਕਰਾਂ। ਬੜੀ ਖਿੱਚ ਖਾਂਦਾ, ਸਾਸ ਨੇਤਰਾਂ ਵਿੱਚੋਂ ਜਲ ਜਾਂਦਾ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ, ਖਾਣਾ ਪੀਣਾ ਘੱਟ ਕਰਿਆ ਹੋਇਆ ਹੈ, ਭੁੱਖ ਨਹੀਂ ਲੱਗਦੀ, ਗੁਰੂ ਦੇ ਦਰਸ਼ਨਾਂ ਦੀ ਬਸ ਮਨ ਦੇ ਵਿੱਚ ਇੱਛਾ ਹੈ। ਦਿਨ ਰਾਤ ਹੀ ਇਹ ਤੜਫ ਲੱਗੀ ਰਹਿੰਦੀ ਹੈ, ਕਦੋਂ ਗੁਰੂ ਦੇ ਦਰਸ਼ਨ ਹੋਣ। ਹੁਣ ਗੁਰੂ ਸਾਸ ਨਿਰਾ ਹੀ ਪ੍ਰੇਮ ਸਰੂਪ ਹੈ। ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਨਾਮ ਹੈ ਪ੍ਰੇਮ ਦਾ। ਜਿਹੜਾ ਸਾਡਾ ਗੁਰੂ ਸਾਹਿਬਾਨ ਸਾਸ ਨਿਰਾ ਹੀ ਪ੍ਰੇਮ ਦੇ ਸਰੂਪ ਨੇ, ਉਹ ਪ੍ਰੇਮ ਹੀ ਭਾਲਦੇ ਹਨ। ਪ੍ਰੇਮ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਵਸਤੂ, ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ। ਸਿੱਖ ਅੰਦਰੋਂ ਪ੍ਰੇਮ ਕਰੇ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਅੱਗੇ ਹੋਏ ਲੀਟ ਹੈ। ਗੁਰੂ ਤਾਂ ਹਰਦਮ ਹੀ ਤਿਆਰ ਹੈ, ਸਿੱਖਾ ਤੂੰ ਆ ਮੇਰੇ ਪਾਸ, ਮੈਂ ਤੈਨੂੰ ਆਪਣੇ ਗਲ ਦੇ ਨਾਲ ਲਾਵਾਂ। ਗੁਰੂ ਜੀ ਸਦਾ ਹੀ ਦਿਆਲੂ ਹਨ, ਸਦਾ ਹੀ ਕਿਰਪਾਲੂ ਹਨ। ਸਾਧ ਸੰਗਤ ਹੁਣ ਵੈਦ ਸੁਜਾਨ ਉਹਦੇ ਮਨ ਵਿੱਚ ਤਾਂਘ ਹੈ ਗੁਰੂ ਦੇ ਦਰਸ਼ਨ ਹੋਣ, ਪਰ ਗੁਰੂ ਦਾ ਬਚਨ ਕਮਾ ਰਿਹਾ, ਜਾ ਨਹੀਂ ਰਿਹਾ ਅਨੰਦਪੁਰ ਸਾਹਿਬ ਵਿਖੇ। ਸਾਧ ਸੰਗਤ ਇੱਦਾਂ ਗੁਰੂ ਦਸਮ ਪਾਤਸ਼ਾਹ ਆਪਣੇ ਸਿੱਖਾਂ ਦਾ ਪਿਆਰ ਪੂਰਾ ਕਰਨ ਵਾਸਤੇ ਚਾਲੇ ਮਾਰਦੇ ਹਨ ਅਨੰਦਪੁਰ ਸਾਹਿਬ ਤੋਂ ਕਿ ਚਲੋ ਭਾਈ ਸ਼ਿਕਾਰ ਖੇਡਣ ਵਾਸਤੇ ਜਾਣਾ। ਉਹਨਾਂ ਨਗਰਾਂ ਦੇ ਵੱਲ ਆ ਪਹੁੰਚੇ, ਪਲੋ ਪਲ ਖਬਰ ਹੋ ਗਈ ਕਿ ਗੁਰੂ ਦਸਮ ਪਾਤਸ਼ਾਹ ਇੱਧਰ ਆ ਰਹੇ ਹਨ। ਵੈਦ ਸੁਜਾਨ ਦੇ ਮਨ ਵਿੱਚ ਵੀ ਬੜਾ ਚਾਅ ਹੈ ਕਿ ਗੁਰੂ ਕਲਗੀਧਰ ਮਹਾਰਾਜ ਆਉਣਗੇ, ਮੈਂ ਦਰਸ਼ਨ ਕਰਾਂਗਾ। ਸਾਧ ਸੰਗਤ ਉੱਧਰ ਦਸਮ ਪਾਤਸ਼ਾਹ ਆ ਰਹੇ ਹਨ, ਸੰਗਤਾਂ ਦੀ ਬਹੁਤ ਜ਼ਿਆਦਾ ਉਡੀਕ ਵਿੱਚ ਖੜ੍ਹੀਆਂ ਹਨ। ਵੈਦ ਸੁਜਾਨ ਵੀ ਖੜ੍ਹਾ ਹੈ। ਉਸੇ ਸਮੇਂ ਉੱਧਰੋਂ ਨਗਾਰੇ ਵੱਜ ਰਹੇ ਹਨ, ਪਤਾ ਲੱਗ ਰਿਹਾ ਵੀ ਦਸਮ ਪਾਤਸ਼ਾਹ ਆ ਰਹੇ ਹਨ। ਉਸੇ ਸਮੇਂ ਇੱਕ ਮਾਈ ਆਉਂਦੀ ਹੈ, ਤਾਹਾਂ ਮਾਰ ਕੇ ਰੋਣ ਲੱਗੀ। ਵੈਦ ਸੁਜਾਨ ਨੂੰ ਕਹਿੰਦੀ ਹੈ, ਐ ਬੇਟਾ ਦੇਖ, ਘਰ ਤੈਨੂੰ ਜਾਣਾ ਪਏਗਾ। ਸਾਧ ਸੰਗਤ ਉਸ ਮਾਈ ਦੀ ਨੂੰਹ ਸੀ, ਬੜੀ ਬਿਮਾਰ ਸੀ। ਇਉਂ ਪ੍ਰਤੀਤ ਹੋ ਰਿਹਾ ਸੀ ਪ੍ਰਾਣੀ ਤਿਆਗ ਦੇਗੀ, ਬਹੁਤ ਜ਼ਿਆਦਾ ਦੁਖੀ ਹੈ, ਫਰੀਮਾ ਹੋਇਆ ਪਿਆ ਸੀ। ਵੈਦ ਸੁਜਾਨ ਸੋਚਦਾ ਹੈ, ਓਹੋ ਮਨਾ ਇੱਕ ਪਾਸੇ ਦਸਮ ਪਾਤਸ਼ਾਹ ਆ ਰਹੇ ਹਨ, ਮੇਰੇ ਮਨ ਵਿੱਚ ਤਾਂਘ ਹੈ ਮੈਂ ਦਰਸ਼ਨ ਕਰਾਂ, ਪਰ ਇੱਕ ਪਾਸੇ ਹੁਣ ਆ ਮਾਈ ਆਈ ਹੈ, ਕੀ ਕੀਤਾ ਜਾਏ। ਉਸੇ ਸਮੇਂ ਬਚਨ ਯਾਦ ਆ ਗਿਆ, ਵੈਦ ਸੁਜਾਨ ਦੁਖੀਆਂ ਦੀ ਸੇਵਾ ਕਰਨੀ ਹੈ, ਇਹ ਮੇਰੀ ਹੀ ਸੇਵਾ ਹੋਏਗੀ। ਉਸੇ ਸਮੇਂ ਸਾਧ ਸੰਗਤ ਗੁਰੂ ਦੀ ਆਗਿਆ ਮੰਨ ਕੇ, ਗੁਰੂ ਦੇ ਬਚਨਾਂ ਨੂੰ ਯਾਦ ਕਰਕੇ ਉੱਥੋਂ ਸਾਧ ਸੰਗਤ ਨਮਸਕਾਰ ਕੀਤੀ, ਉੱਥੋਂ ਹੀ ਤੁਰ ਪੈਂਦਾ ਹੈ। ਮਾਈ ਦੇ ਘਰ ਜਾ ਪਹੁੰਚਿਆ, ਜਥਾ ਜੋਗ ਜੋ ਇਲਾਜ ਸੀ ਉਸ ਬੀਬੀ ਦਾ ਕੀਤਾ, ਉਹ ਠੀਕ ਹੋ ਗਈ। ਹੁਣ ਮਨ ਦੇ ਵਿੱਚ ਸੋਚਦਾ ਹੈ, ਮੰਨਾ ਦਸਮ ਪਾਤਸ਼ਾਹ ਤਾਂ ਹੁਣ ਚਲੇ ਵੀ ਗਏ ਹੋਣਗੇ, ਚਲੋ ਖੈਰ ਜਿਵੇਂ ਹਜ਼ੂਰ ਦੀ ਮੌਜ। ਵੈਦ ਸੁਜਾਨ ਦੇ ਨੇਤਰਾਂ ਵਿੱਚੋਂ ਸਾਧ ਸੰਗਤ ਜਲ ਆਇਆ ਹੋਇਆ ਹੈ, ਵਾਪਸ ਮੁੜਿਆ ਆ ਰਿਹਾ ਹੈ, ਦਸਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਹੈ। ਕੀ ਦੇਖਿਆ, ਜਿੱਥੇ ਵੈਦ ਸੁਜਾਨ ਰਹਿੰਦਾ ਸੀ, ਜਿੱਥੇ ਛੱਪੜੀ ਸੀ, ਜਿੱਥੇ ਰਹਿੰਦਾ ਸੀ ਜਿਸ ਛੱਪੜੀ ਵਿੱਚ, ਉਹਦੇ ਅੱਗੇ ਬੜੀ ਭੀੜ ਲੱਗੀ ਹੋਈ ਹੈ, ਘੋੜ ਸਵਾਰ ਖੜ੍ਹੇ ਹਨ। ਦੇਖਿਆ ਵੀ ਕੀ ਕਾਰਨ ਹੈ। ਜਦੋਂ ਸੰਗਤਾਂ ਦੇ ਵਿੱਚ ਦੀ ਹੋ ਕੇ ਅੰਦਰ ਜਾਂਦਾ, ਕੀ ਦੇਖਿਆ, ਦਸਮ ਪਾਤਸ਼ਾਹ ਉੱਥੇ ਆਸਣ 'ਤੇ ਬੈਠੇ ਹਨ।
चिलमिल हो रही है साध संगत। हजूर देख के मुस्कुरा रहे हैं। वैर सुजान नूं नेत्रां विच वैर सुजान दे जल आ गया। सच्चे पातशाह आप गरीब नूं दर्शन देण वास्ते इत्थे पहुँचे हो। मेरी छपरी नूं भाग लाए हैं। दसम पातशाह ने उठ के अपनी छाती नाल ला लिया। वैर सुजान निहाल है तू, निहाल है तैं बचन कमाया है। तेरे ते मेरी पूरी प्रसन्नता है। मंग की मंगने। साध संगत उस समय वैर सुजान कहना सच्चे पातशाह मैं कोई होर वस्तु नहीं चाहुंदा। जिहड़ा प्रीतवान पुरुष है साध संगत मंगदा की है गुरु तो। राज न चाहूँ मुक्त न चाहूँ मन प्रीत चरण कमलारे। सच्चे पातशाह मैनू राज नहीं चाहिदा, मैनू मुक्ति नहीं चाहिदी, मैनू चाहिदी तेरे चरनां दी प्रीत चाहिदी है। जी मैं राज मुक्त नहीं मंगदा, मंगदा प्रीति चरनां दी। जी मैं राज मुक्त नहीं मंगदा, मंगदा प्रीति चरनां दी। मैं राज मुक्त नहीं मंगदा, मंगदा प्रीति चरनां दी। मैं राज मुक्त नहीं मंगदा, मंगदा प्रीति चरनां दी। खुदा प्रीति चरनां दी। जी मैं राज मुक्त नहीं मंगदा, मंगदा प्रीति चरनां दी। 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 प्रीति चरनां दी। मंगदा प्रीति चरनां दी। मंगदा प्रीति चरनां दी। मंगदा प्रीति चरनां दी। मंगदा प्रीति चरनां। मंगदा प्रीति चरनां दी। जी मैं राज मुक्त नहीं मंगदा, मंगदा प्रीति चरनां दी। जी मैं राज मुक्त नहीं मंगदा, मंगदा प्रीति चरनां दी। मैं राज मुक्त नहीं मंगदा, मंगदा प्रीति चरनां दी। जी मैं राज मुक्त नहीं मंगदा, मंगदा प्रीति चरनां दी। मंगदा प्रीति चरनां दी। मंगदा ਜਿਹੜਾ ਸਿੱਖ ਹੈ ਆਪਣੇ ਗੁਰੂ ਤੋਂ ਸਾਧ ਸੰਗ ਇਹੀ ਮੰਗੇਗਾ। ਸੱਚੇ ਪਾਤਸ਼ਾਹ ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਜੇ ਲੋੜ ਹੈ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਰਹੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਹੀ ਰਹੇ। ਗੁਰੂ ਦਸਮ ਪਾਤਸ਼ਾਹ ਪ੍ਰਸੰਨ ਹੋਏ। ਵੈਦ ਸੁਜਾਨ ਤੂੰ ਆਗਿਆ ਮੰਨੀ ਹੈ। ਸਭ ਤੋਂ ਵੱਡੀ ਸੇਵਾ ਇਹੀ ਹੈ, ਆਗਿਆ ਸਮਣੀ ਸਾਹਿਬ ਸੇਵਾ। ਸਭ ਤੋਂ ਵੱਡੀ ਸੇਵਾ ਸਾਧ ਸੰਗ ਲੋੜ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੀ ਨਮਸਕਾਰ ਕਰਦੇ ਹਾਂ। ਗੁਰੂ ਦੀ ਆਗਿਆ ਵੀ ਮੰਨਣੀ ਚਾਹੀਦੀ ਹੈ। ਗੁਰੂ ਦੇ ਬਚਨਾਂ ਨੂੰ ਸੁਣਨਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ, ਕਮਾਉਣਾ ਚਾਹੀਦਾ, ਫਿਰ ਹੀ ਜੀਵਨ ਦਾ ਕੁਛ ਆਨੰਦ ਆ ਸਕਦਾ ਹੈ। ਜੇ ਨਮਸਕਾਰ ਕਰਕੇ ਮੁੜ ਗਏ, ਸੁਣਿਆ ਬਚਨ ਕੋਈ ਨਾ, ਬਚਨ ਕਮਾਇਆ ਕੋਈ ਨਾ, ਫਿਰ ਸਾਧ ਸੰਗ ਲਾਭ ਨਹੀਂ। ਸੋ ਆ ਹੁਣ ਸਮਾਂ ਦੇਖੋ, ਗੁਰੂ ਸਾਹਿਬ ਕਿਰਪਾ ਕਰਨ। ਸਾਰੇ ਪ੍ਰੇਮੀ ਰਲ ਮਿਲ ਕੇ ਹੁਣ ਆਨੰਦ ਸਾਹਿਬ ਦਾ ਪਾਠ ਕਰੋ। ਫਿਰ ਗੁਰੂ ਚਰਨਾਂ ਵਿੱਚ ਅਰਦਾਸ, ਫਿਰ ਗੁਰੂ ਜੀ ਦਾ ਪਾਵਨ ਹੁਕਮਨਾਮਾ ਸਾਹਿਬ ਸਰਵਣ ਕਰਨਾ ਹੈ। ਕੱਲ੍ਹ ਨੂੰ ਦਿਨ ਦਾ ਦੀਵਾਨ ਵੀ ਹੈ। ਸਮੂਹ ਸੰਗਤਾਂ ਨੇ ਰਲ ਮਿਲ ਕੇ ਹਾਜ਼ਰੀ ਭਰਨੀ ਹੋਈ ਹੈ। ਭੁੱਲਾਂ ਦੀ ਖਿਮਾ। ਹੁਣ ਸਾਰੇ ਪ੍ਰੇਮੀ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੋ ਬਾਈ। ਰਾਮ